ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਭੁਪਿੰਦਰ ਤੇ ਤੁਸੀਂ ਵੇਖ ਰਹੇ ਹੋ ਜਸ ਪੰਜਾਬੀ। ਦੋਸਤੋ, ਜਸ ਪੰਜਾਬੀ ਦੀ ਜਿੱਦਾਂ ਤੁਹਾਨੂੰ ਪਤਾ ਹੈ ਕਿ ਹਰ ਵਾਰੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਸਾਡੀ ਸਾਰਿਆਂ ਦੀ ਜਿਹੜੀਆਂ ਸਾਂਝੀਆਂ ਪ੍ਰੋਬਲਮਸ ਨੇ ਜਾਂ ਜਿਹੜੀ ਵੀ ਸਾਨੂੰ ਤਕਲੀਫਾਂ ਆਉਂਦੀਆਂ ਨੇ ਅਸੀਂ ਤੁਹਾਡੇ ਲਈ ਉਹਨਾਂ ਦੇ ਸੋਲੂਸ਼ਨਸ ਲੈ ਕੇ ਆਉਂਦੇ ਹਾਂ ਹਰ ਤਰੀਕੇ ਦੇ ਨਾਲ। ਤੇ ਅੱਜ ਅਸੀਂ ਇਹ ਸ਼ੋਅ ਲੈ ਕੇ ਆਏ ਹਾਂ ਤੁਹਾਡੇ ਲਈ। ਦ ਸ਼ੋਅ ਇਜ਼ ਲੀਗਲ ਅਫੇਅਰਸ ਵਿਦ ਸਲੀਮ ਰਿਜ਼ਵੀ। ਇਸ ਸ਼ੋਅ ਦਾ ਮੇਨ ਮਕਸਦ ਇਹੀ ਹੈ ਕਿ ਅਸੀਂ ਤੁਹਾਨੂੰ ਐਜੂਕੇਟ ਕਰੀਏ ਤੁਹਾਡੇ ਲੀਗਲ ਰਾਈਟਸ ਦੇ ਬਾਰੇ। ਜੋ ਵੀ ਤੁਹਾਡੀ ਲੀਗਲ ਪ੍ਰੋਬਲਮਸ ਨੇ ਅਸੀਂ ਉਹਨਾਂ ਦੇ ਬਾਰੇ ਤੁਹਾਨੂੰ ਪ੍ਰੋਪਰ ਇੱਕ ਦਿਸ਼ਾ ਦੇਣਾ ਚਾਹੁੰਦੇ ਹਾਂ ਜਿਹਦੇ ਅੱਗੇ ਤੁਸੀਂ ਉੱਤੇ ਕੰਮ ਕਰ ਸਕਦੇ ਹੋ। ਵੈਲ, ਗੱਲ ਕਰ ਰਹੇ ਹਾਂ ਅਸੀਂ ਇਸ ਸ਼ੋਅ ਦੀ ਤੇ ਨਾ ਹੈ ਲੀਗਲ ਰਾਈਟਸ ਵਿਦ ਸਲੀਮ ਰਿਜ਼ਵੀ। ਤੇ ਤੁਸੀਂ ਜਾਣਨਾ ਜ਼ਰੂਰ ਚਾਹੋਗੇ ਕਿ ਸਲੀਮ ਰਿਜ਼ਵੀ ਜੀ ਕੌਣ ਨੇ। ਸਲੀਮ ਰਿਜ਼ਵੀ ਜੀ ਹੀ ਇਜ਼ ਅ ਵੈਰੀ ਬਿਗ ਅਟਰਨੀ ਤੇ 22 ਸਾਲਾਂ ਤੋਂ ਉਹ ਇਸ ਲਾਜ਼ ਦੇ ਵਿੱਚ ਇਹ ਪ੍ਰੈਕਟਿਸ ਕਰਦੇ ਪਏ ਨੇ। ਨਾਲ ਦੇ ਨਾਲ ਉਹਨਾਂ ਨੇ ਕੋਲੰਬੀਆ ਯੂਨੀਵਰਸਿਟੀ ਆਫ ਲਾਅ ਉੱਥੋਂ ਆਪਣੀ ਲਾਅ ਦੀ ਡਿਗਰੀਜ਼ ਪੂਰੀਆਂ ਕੀਤੀਆਂ ਨੇ ਐਂਡ ਹੀ ਇਜ਼ ਡੀਲਿੰਗ ਦ ਕੇਸਿਸ ਇਨ ਆਲ ਦ ਡਾਈਵਰਸਡ ਫੀਲਡਸ। ਯਾਨੀ ਕਿ ਤੁਸੀਂ ਕਹੋ ਕਿ ਜੇ ਉਹ ਇਮੀਗ੍ਰੇਸ਼ਨ ਦੀ ਗੱਲ ਕਰਦੇ ਪਏ ਹੋ ਤੇ ਉਹਦੇ ਵਿੱਚ ਵੀ ਡੀਲ ਕਰਦੇ ਨੇ, ਮੈਰਿਜਸ, ਡਿਵੋਰਸਿਸ ਐਂਡ ਆਲ ਅਦਰ ਕਾਈਂਡਸ ਆਫ ਥਿੰਗਸ। ਤੇ ਇਹਦੇ ਬਾਰੇ ਤੁਹਾਡੇ ਅੱਗੇ ਅਸੀਂ ਹੋਰ ਰੋਸ਼ਨੀ ਪਾਵਾਂਗੇ ਤੇ ਇਸ ਰੋਸ਼ਨੀ ਦੇ ਲਈ ਸਾਡੇ ਨੇ ਸਟੂਡੀਓ ਵਿੱਚ ਨੇ ਸਲੀਮ ਰਿਜ਼ਵੀ ਜੀ। ਤੇ ਆਓ ਜੀ ਉਹਨਾਂ ਦਾ ਸਵਾਗਤ ਕਰਦੇ ਹਾਂ। ਸਲੀਮ ਰਿਜ਼ਵੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਸ ਪੰਜਾਬੀ ਦੇ ਸਟੂਡੀਓ ਵਿੱਚ। ਵੈਲ, ਸਭ ਤੋਂ ਪਹਿਲੇ ਤਾਂ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ। ਥੈਂਕ ਯੂ ਵੈਰੀ ਮਚ ਫॉर ਦਿਸ ਜੈਨਰਸ ਇੰਟਰੋਡਕਸ਼ਨ। ਔਰ ਮੇਰਾ ਖਿਆਲ ਹੈ ਕਿ ਉਸ ਦੇ ਨਾਲ ਹੀ ਮੇਰਾ ਖਿਆਲ ਹੈ ਕਿ ਜਿਹੜੀ ਜਸ ਪੰਜਾਬੀ ਦੀ ਟੈਲੈਂਟਡ ਟੀਮ ਹੈ, ਅੱਜ ਮੈਨੂੰ ਮੌਕਾ ਮਿਲਿਆ ਬਹੁਤ ਸਾਰੇ ਯੰਗ ਫੈਲੋਜ਼ ਨਾਲ ਮੁਲਾਕਾਤ ਕਰਨ ਦਾ ਕਿ ਜਿਹੜੇ ਇਸ ਸ਼ੋਅ ਨੂੰ ਬਿਹਤਰ ਤੋਂ ਬਿਹਤਰ ਬਣਾਉਣ ਵਾਸਤੇ ਕੰਟਰੀਬਿਊਟ ਕਰਨਾ ਚਾਹੁੰਦੇ ਨੇ। ਐਂਡ ਐਟ ਦ ਸੇਮ ਟਾਈਮ ਆਈ ਟਰੂਲੀ ਵਾਂਟ ਟੂ ਥੈਂਕ ਕਾਲ ਖਾਂਡਾਵਾਲਾ ਔਰ ਪੈਨੀ ਸੰਧੂ ਜਿਨ੍ਹਾਂ ਨੇ ਇਨਵਾਈਟ ਕੀਤਾ ਇਸ ਸ਼ੋਅ ਦੇ ਓਬਜੈਕਟਿਵ ਨੂੰ ਮੱਦੇਨਜ਼ਰ ਰੱਖਦੇ ਹਾਂ। ਤੇ ਤੁਸੀਂ ਮੇਰਾ ਖਿਆਲ ਹੈ ਕਿ ਜੋ ਸ਼ੁਰੂਆਤ ਕੀਤੀਆਂ ਨੇ, ਯੂਰ ਇੰਟਰੋਡਕਸ਼ਨ ਇਜ਼ ਵੈਰੀ ਪਾਵਰਫੁਲ ਕਿ ਅਸਲ ਮਕਸਦ ਇਹ ਹੀ ਹੈ ਇਸ ਪ੍ਰੋਗਰਾਮ ਦਾ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਇਨਫੋਰਮੇਸ਼ਨ ਪ੍ਰੋਵਾਈਡ ਕਰ ਸਕੀਏ ਔਰ ਸਿਰਫ ਇਮੀਗ੍ਰੇਸ਼ਨ ਦੇ ਬਾਰੇ ਨਹੀਂ ਬਲਕਿ ਕਮਿਊਨਿਟੀ ਨੂੰ ਜਿਹੜੀ ਵੀ ਸਾਡੀ ਮਸਾਇਲ ਦਰਪੇਸ਼ ਹੈ ਨੇ, ਮੁਖਤਲਿਫ ਕਿਸਮ ਦੀ ਪ੍ਰੋਬਲਮ ਸਾਹਮਣੇ ਆ ਰਹੀਆਂ ਨੇ। ਟੂ ਬੀ ਵੈਰੀ ਆਨੈਸਟ, ਮੈਨੂੰ ਅੱਛੀ ਤਰ੍ਹਾਂ ਯਾਦ ਹੈ ਕਿ ਅੱਜ ਤੋਂ ਕੋਈ 20-30 ਸਾਲ ਪਹਿਲੇ ਜਿਸ ਵਕਤ ਸਾਡੀ ਕਮਿਊਨਿਟੀ ਬੜੀ ਛੋਟੀ ਜਿਹੀ ਹੁੰਦੀ ਸੀ, ਹੈ ਜੀ, ਉਸ ਵਕਤ ਪ੍ਰੋਬਲਮ ਵੀ ਬੜੀਆਂ ਛੋਟੀਆਂ ਛੋਟੀਆਂ ਹੁੰਦੀਆਂ ਸਨ। ਜ਼ਿਆਦਾਤਰ ਲੋਕਾਂ ਦੀ ਜਿਹੜੀ ਪ੍ਰੋਬਲਮ ਹੁੰਦੀ ਸੀ ਇਮੀਗ੍ਰੇਸ਼ਨ ਇਸ਼ੂਜ਼ ਹੁੰਦੇ ਸਨ। ਲੇਕਿਨ ਜਿਸ ਤਰ੍ਹਾਂ ਸਾਡੀ ਕਮਿਊਨਿਟੀ ਵੱਧਦੀ ਜਾ ਰਹੀ ਹੈ, ਇਸ ਵਕਤ ਯੂਨਾਈਟਡ ਸਟੇਟ ਦੇ ਹਰ ਕੋਨੇ 'ਚ ਸਾਡੇ ਲੋਕ ਮੌਜੂਦ ਨੇ ਤੇ ਜਿਉਂ ਕਮਿਊਨਿਟੀ ਵੱਧਦੀ ਜਾ ਰਹੀ ਹੈ ਉਸ ਦੇ ਨਾਲ the problems are also becoming bigger. And obviously from that perspective we have to take care of those things. We can talk about civil liberties, human rights, as you mentioned, divorce cases, matrimonial cases, personal injury cases. Let's say that in the middle of the night agar FBI or police aake ਦਰਵਾਜ਼ੇ ਦੇ ਉੱਤੇ ਨੌਕ ਕਰਦੀ ਹੈ ਤੇ ਇੱਕ ਐਸੀ ਸ਼ਖਸੀਅਤ ਕਿ ਜਿਹੜੀ ਇਸ ਮੁਲਕ ਦੇ ਕਾਨੂੰਨ ਨੂੰ ਨਹੀਂ ਸਮਝਦੀ, ਉਸ ਦੇ ਵਾਸਤੇ ਤੇ ਇਟ ਕੁਡ ਬੀ ਅ ਫੀਅਰਫੁਲ ਐਕਸਪੀਰੀਅੰਸ। ਜਾਂ ਲੈਟਸ ਸੇ ਕਿ ਕੋਈ ਬੰਦਾ ਜਿਹੜਾ ਸਾਈਡ ਵਾਕ ਦੇ ਉੱਤੇ ਜਾ ਰਿਹਾ, ਸਲਿਪ ਕਰ ਜਾਂਦਾ ਹੈ, ਗਿਰ ਜਾਂਦਾ ਹੈ, ਚੋਟ ਲੱਗ ਜਾਂਦੀ ਹੈ, ਜਾਂ ਗੱਡੀ ਚਲਾ ਰਿਹਾ ਔਰ ਐਕਸੀਡੈਂਟ ਹੋ ਜਾਂਦਾ, ਉਸ ਵਕਤ ਕੀ ਲੀਗਲ ਰਾਈਟਸ ਉਹਨਾਂ ਦੇ ਹੈ ਨੇ। ਇੰਪਲੋਇਮੈਂਟ ਡਿਸਕ੍ਰਿਮੀਨੇਸ਼ਨ, ਰੀਸੈਂਟਲੀ ਆਈ ਟੁਕ ਓਵਰ ਅ ਕੇਸ, ਇੰਪਲੋਇਮੈਂਟ ਡਿਸਕ੍ਰਿਮੀਨੇਸ਼ਨ ਦਾ ਕੇਸ ਸੀ ਕਿ ਜਿਸ ਵਿੱਚ ਇਸ ਵਜ੍ਹਾ ਨਾਲ ਕਿ ਉਹਨਾਂ ਦੀ ਕੁਝ ਰਿਲੀਜੀਅਸ ਜਿਹੜੀ ਸਿਗਨੀਫੀਕੈਂਸ ਸੀ ਉਹ ਸ਼ੋਅ ਕਰਨਾ ਚਾਹੁੰਦੇ ਸਨ। ਉਹਨਾਂ ਦਾ ਜਿਹੜਾ ਅਟਾਇਰ ਸੀ, ਜਿਹੜਾ ਉਹਨਾਂ ਦਾ ਲਿਬਾਸ ਵਗੈਰਾ ਹੈ ਸੀ, ਜਿਸ ਤਰ੍ਹਾਂ ਸਿਰ ਦੇ ਉੱਤੇ ਪਗੜੀ ਬੰਨ੍ਹਣ ਦਾ ਮਾਮਲਾ ਜਿਹੜਾ ਹੈ, ਤੇ the fellow was discriminated on that issue and there are lots of cases in which that litigation is coming up. ਤੇ ਮਕਸਦ ਇਹ ਹੈ, I mean this is not a commercial enterprise, ਸਾਡਾ ਮਕਸਦ ਇਹ ਹੈ ਕਿ ਅਸੀਂ ਕਮਿਊਨਿਟੀ ਨੂੰ ਐਜੂਕੇਟ ਕਰ ਸਕੀਏ ਮੁਖਤਲਿਫ ਲੀਗਲ ਇਸ਼ੂਜ਼ ਦੇ ਬਾਰੇ 'ਚ। ਔਰ ਉਸ ਦੀ ਬੁਨਿਆਦੀ ਵਜੂਹਾਤ ਇਹ ਹੈ ਨੇ ਕਿ ਜਦੋਂ ਤੱਕ ਅਸੀਂ ਆਪਣੀ ਕਮਿਊਨਿਟੀ ਨੂੰ ਲੀਗਲੀ ਇੰਪਾਵਰ ਨਹੀਂ ਕਰਾਂਗੇ, ਉਹਨਾਂ ਨੂੰ ਕੁਵਤ ਨਹੀਂ ਦੇਵਾਂਗੇ, ਉਹਨਾਂ ਨੂੰ ਤਾਕਤ ਨਹੀਂ ਦੇਵਾਂਗੇ, ਉਸ ਵਕਤ ਤੱਕ ਸਾਡੀ ਕਮਿਊਨਿਟੀ ਜਿਹੜੀ ਹੈ ਉਹ ਇਸ ਮੁਲਕ 'ਚ ਕਾਮਯਾਬ ਨਹੀਂ ਹੋ ਸਕੀ। ਚਾਹੇ ਉਹ ਪੋਲੀਟੀਕਲ ਇਸ਼ੂਜ਼ ਨੇ, ਚਾਹੇ ਉਹਨਾਂ ਦੇ ਸੋਸ਼ਲ ਇਸ਼ੂਜ਼ ਨੇ, ਚਾਹੇ ਉਹਨਾਂ ਦੇ ਕਲਚਰਲ ਇਸ਼ੂਜ਼ ਨੇ। ਤੇ ਆਈ ਥਿੰਕ we'll be talking about those issues. Exactly. ਤੇ ਸਭ ਤੋਂ ਵੱਡੀ ਗੱਲ ਹੈ ਕਿ ਜਦ ਅਸੀਂ ਇੱਕ ਦੂਜੇ ਮੁਲਕ ਤੋਂ ਕਿਸੇ ਹੋਰ ਦੇਸ਼ ਵਿੱਚ ਜਾ ਕੇ ਵਸਦੇ ਹਾਂ, ਸਾਨੂੰ ਉੱਥੇ ਦੇ ਲਾਜ਼ ਦਾ ਨਹੀਂ ਪਤਾ ਹੁੰਦਾ ਤੇ ਅਸੀਂ ਕਈ ਵਾਰੀ ਇਹ ਸੋਚਦੇ ਰਹਿੰਦੇ ਹਾਂ ਕਿ ਮਤਲਬ ਜੇ ਮੇਰੇ ਨਾਲ ਇੱਦਾਂ ਦਾ ਕੋਈ ਕੇਸ ਹੋਇਆ, ਮੈਨੂੰ ਪਤਾ ਹੈ ਕਿ ਇਹ ਠੀਕ ਨਹੀਂ ਹੋਇਆ ਮੇਰੇ ਨਾਲ, ਮਗਰ ਕੀ ਮੈਂ ਇਹਦੇ ਲਈ ਕੋਈ ਕੰਪਲੇਂਟ ਕਰ ਸਕਦਾ ਵਾਂ ਜਾਂ ਨਹੀਂ, ਜਾਂ ਮੈਂ ਜੇ ਕੋਈ ਕੰਪਲੇਂਟ ਕਰਾਂਗਾ ਤਾਂ ਉਹਦੇ ਲਈ ਮਤਲਬ ਮੇਰੇ ਉੱਤੇ ਕੋਈ ਹੋਰ ਪ੍ਰੋਬਲਮ ਨਾ ਆ ਜਾਵੇ। ਬੇਸਿਕਲੀ ਜਦ ਅਸੀਂ ਗੱਲ ਕਰਦੇ ਹਾਂ ਤੇ ਜਿੱਥੇ ਵੀ ਆਪਣੇ ਦੇਸ਼ ਵਿੱਚ ਵੀ ਤੇ ਇੱਥੇ ਵੀ ਜਦ ਵੀ ਕਿਸੇ ਵੀ ਚੀਜ਼ ਵਿੱਚ ਲਾਅ ਜਾਂ ਕੋਰਟ ਜਾਂ ਪੁਲਿਸ ਨਾਲ ਇਨਵੋਲਵ ਹੋ ਜਾਂਦੀ ਹੈ ਤੇ ਅਸੀਂ ਬਹੁਤ ਛੇਤੀ ਡਰ ਜਾਂਦੇ ਹਾਂ। ਵੀਕੇ ਜੀ, ਇੱਕ ਛੋਟੀ ਜਿਹੀ ਗੱਲ ਮੈਂ ਤੁਹਾਨੂੰ ਦੱਸਣਾ ਚਾਹਾਂਗਾ।
ਸਾਡੇ ਇੱਕ ਬੜੇ ਮਸ਼ਹੂਰ ਚੀਫ ਜਸਟਿਸ ਹੁੰਦੇ ਸਨ ਜੀ ਸੁਪਰੀਮ ਕੋਰਟ ਦੇ, ਅਮਰੀਕਨ ਸੁਪਰੀਮ ਕੋਰਟ ਦੇ, ਤੇ ਉਹਨਾਂ ਦਾ ਕਹਿਣਾ ਇਹ ਸੀ ਕਿ ਕਾਨੂੰਨ ਜਿਹੜਾ ਹੈ ਉਹ ਸਾਡੀ ਜ਼ਿੰਦਗੀ ਤੋਂ ਪਹਿਲੇ ਸ਼ੁਰੂ ਹੋ ਜਾਂਦਾ ਹੈ। ਮਿਸਾਲ ਤੌਰ 'ਤੇ ਪ੍ਰੋ ਚੋਇਸ ਜਾਂ ਪ੍ਰੋ ਲਾਈਫ ਐਬੋਰਸ਼ਨ ਦੇ ਇਸ਼ੂਜ਼ ਹੈ ਨੇ ਜੀ ਔਰ ਉਹ ਕਹਿੰਦੇ ਸਨ ਕਿ ਜਿਸ ਵਕਤ ਜ਼ਿੰਦਗੀ ਦਾ ਖਾਤਮਾ ਹੁੰਦਾ ਹੈ ਉਸ ਤੋਂ ਬਾਅਦ ਵੀ ਕਾਨੂੰਨ ਸਾਡੇ ਇਰਦ ਗਿਰਦ ਆਪਣੇ ਤਾਨੇ ਬਾਨੇ ਰੱਖਦਾ ਹੈ। ਮਿਸਾਲ ਦੇ ਤੌਰ 'ਤੇ ਇਨਹੈਰੀਟੈਂਸ ਲਾਜ਼, ਸੋ ਔਰ ਇਜ਼ ਇਨ ਬਿਟਵੀਨ ਕ੍ਰੇਡਲ ਐਂਡ ਡੈਥ ਬੈਡ law is completely covering us। और मैं समझना कि किसी भी कंट्री कामयाबी हासिल करने वास्ते यू एब्सोल्युटली राइट, तुसीं बिल्कुल दुरुस्त किया कि ਜਦੋਂ तक ਸਾਡੇ ਕੋਲ ਉਹ ਕੂਵਤ ਨਹੀਂ ਹੋਏਗੀ, ਕਾਨੂੰਨ ਦੀ ਕੂਵਤ ਨਹੀਂ ਹੋਏਗੀ, we cannot succeed। ਐਗਜ਼ੈਕਟਲੀ। ਤੇ ਹੁਣੇ ਤੁਸੀਂ ਗੱਲ ਕਰਦੇ ਪਏ ਸੀ ਕਿ ਜੇ FBI ਤੁਹਾਡੇ ਦਰਵਾਜ਼ੇ ਤੇ ਆ ਕੇ ਰਾਤ ਨੂੰ ਖੜਕਾਉਂਦੀ ਹੈ, ਤੇ ਰੀਸੈਂਟਲੀ ਮਤਲਬ ਕੁਛ ਇੱਕ ਮਹੀਨਾ ਪਹਿਲਾਂ ਮੈਂ ਸੁਣਿਆ ਸੀ ਕਿ there is a law ਕਿ ਕਦੀ ਵੀ FBI ਜਾਂ NYPD ਕਿਸੇ ਵੀ ਬੰਦੇ ਨੂੰ ਚੱਕ ਕੇ ਆਪਣੇ ਨਾਲ ਲੈ ਜਾ ਸਕਦੇ ਹੈ। Is it true? Like I would love to know about it। You know, in fact, this is a very comprehensive issue। ਇਸ ਉੱਤੇ ਅਸੀਂ ਇੱਕ ਪੂਰਾ ਸ਼ੋਅ ਜਿਹੜਾ ਡੈਡੀਕੇਟ ਕਰਾਂਗੇ, ਲੇਕਿਨ ਮੈਂ ਥੋੜਾ ਜਿਹਾ ਤੁਹਾਨੂੰ ਸਮਰਾਈਜ਼ਲੀ ਇਸ ਦੇ ਬਾਰੇ ਦੱਸਣਾ ਚਾਹਨਾ। ਰੀਸੈਂਟਲੀ ਸੁਪਰੀਮ ਕੋਰਟ ਦਾ ਕੇਸ ਆਇਆ, ਤੁਹਾਨੂੰ ਪਤਾ ਕਿ ਐਰੀਜ਼ੋਨਾ ਇੱਕ ਐਸੀ ਸਟੇਟ ਹੈ ਜਿੱਥੇ ਐਂਟੀ ਇਮੀਗ੍ਰੇਸ਼ਨ ਲਾਜ਼ ਬਣੇ ਸਨ ਔਰ ਉੱਥੇ ਪੁਲਿਸ ਨੂੰ ਪਾਵਰ ਦਿੱਤੀ ਗਈ ਸੀ ਕਿ ਕਿਸੇ ਬੰਦੇ ਨੂੰ ਤੁਸੀਂ ਰੋਕ ਕੇ ਤਾਂ ਪੁੱਛ ਸਕਦੇ ਹੋ ਕਿ ਤੁਹਾਡਾ ਲੀਗਲ ਸਟੇਟਸ ਕੀ ਹੈ, ਇਮੀਗ੍ਰੇਸ਼ਨ ਸਟੇਟਸ ਕੀ ਹੈ। ਤਾਂ ਉਸ ਦੇ ਬਾਰੇ ਬਾਕਾਇਦਾ ਇੱਕ ਅਪੀਲ ਕੀਤੀ ਗਈ, ਸੁਪਰੀਮ ਕੋਰਟ ਵਿੱਚ ਕੇਸ ਗਿਆ ਔਰ ਸੁਪਰੀਮ ਕੋਰਟ ਨੇ ਜਿਹੜਾ ਡਿਸੀਜਨ ਦਿੱਤਾ ਹੈ ਉਹ ਤੁਸੀਂ ਇਹ ਸਮਝ ਲਓ ਕਿ ਡਾਵਾਂ ਡੋਲ ਡਿਸੀਜਨ ਹੈ। ਉਹਨਾਂ ਨੇ ਕਿਹਾ ਕਿ ਠੀਕ ਹੈ ਸਟੇਟਸ ਨੂੰ ਕੁਛ ਪਾਵਰਸ ਹਾਸਲ ਹੈ ਨੇ, ਲੇਕਿਨ ਸਟੇਟ ਨੇ ਡਿਸਾਈਡ ਕਰਨਾ ਕਿ ਉਹ ਕਰਨਾ ਚਾਹੁੰਦੇ ਨੇ ਨਹੀਂ ਕਰਨਾ ਚਾਹੁੰਦੇ। ਲੇਕਿਨ ਇੱਕ ਬੜੀ ਖੂਬਸੂਰਤ ਗੱਲ ਹੈ ਕਿ ਨਿਊਯਾਰਕ ਸਟੇਟ ਹਮੇਸ਼ਾ ਜਿਹੜੀ ਉਹ ਪ੍ਰੋ ਇਮੀਗ੍ਰੈਂਟ ਰਹੀ ਹੈ ਔਰ ਉਸੇ ਜਿਹੜੇ ਸਾਡੇ ਮੇਅਰ ਨੇ ਮੈਂ ਉਹਨਾਂ ਨੂੰ ਵੀ ਮੁਬਾਰਕਬਾਦ ਦੇਣਾ ਚਾਹੁੰਦਾ। ਆਈ ਰੀਅਲੀ ਕੰਗ੍ਰੈਚੁਲੇਟ ਦਿਸ ਮੈਨ। ਔਰ ਖਾਸ ਤੌਰ 'ਤੇ ਨਿਊਯਾਰਕ ਪੁਲਿਸ ਡਿਪਾਰਟਮੈਂਟ ਉਹਨਾਂ ਦੀ ਤਰਫੋਂ ਕਈ ਦਫਾ ਅਬਿਊਸਿਸ ਵੀ ਆਉਂਦੀਆਂ ਨੇ, ਉਹਨਾਂ ਦੀ ਤਰਫੋਂ ਕਈ ਦਫਾ ਐਗਰੈਸਿਵਨੈਸ ਵੀ ਸਾਹਮਣੇ ਆਉਂਦੀ ਹੈ, ਲੇਕਿਨ ਇਸ ਦੇ ਬਾਵਜੂਦ ਨਿਊਯਾਰਕ ਪੁਲਿਸ ਡਿਪਾਰਟਮੈਂਟ ਜਿਹੜਾ ਲੋਕਾਂ ਨੂੰ ਰੋਕ ਕੇ ਉਹਨਾਂ ਦਾ ਇਮੀਗ੍ਰੇਸ਼ਨ ਸਟੇਟਸ ਨਹੀਂ ਪਤਾ ਕਰਦਾ। ਜਿੱਥੇ ਤੱਕ FBI ਦਾ ਤਲਕ ਹੈ, ਅਗਰ ਕੋਈ ਵੀ ਇਸ ਕਿਸਮ ਦਾ ਵਾਕਿਆ ਹੁੰਦਾ ਹੈ ਤੇ ਤੁਹਾਡਾ ਇਹ ਰਾਈਟ ਬਣਦਾ ਹੈ ਕਿ ਤੁਸੀਂ ਸਭ ਤੋਂ ਪਹਿਲੇ ਪੁੱਛੋ ਕਿ ਬਈ ਤੂੰ ਆਪਣੀ ਆਈਡੈਂਟੀਟੀ ਦੱਸੋ ਕਿ ਤੁਸੀਂ ਕੌਣ ਲੋਕ ਹੋ, ਐਂਡ ਡੋਂਟ ਇਨਵਾਈਟ ਦੈਮ ਇਨਟੂ ਯੋਰ ਹਾਊਸ। ਹੁੰਦਾ ਇਹ ਕਿ ਇੱਕ ਦਫਾ ਤੁਸੀਂ ਦਰਵਾਜ਼ਾ ਖੋਲ੍ਹ ਦਿੰਦੇ ਹੋ, ਕਈ ਤਾਂ ਲੋਕ ਜਿਹੜੇ ਅਨਫੋਰਚੂਨੇਟਲੀ ਅਨਡਾਕੂਮੈਂਟਡ ਲੋਕ ਨੇ ਔਰ ਖਾਸ ਤੌਰ 'ਤੇ ਪੁਲਿਸ ਦਾ ਵੈਸੇ ਵੀ ਉਹਨਾਂ ਦੇ ਦਿਲਾਂ 'ਚ ਬੜਾ ਖੌਫ ਹੁੰਦਾ ਹੈ ਪ੍ਰੀਵੀਅਸ ਐਕਸਪੀਰੀਅੰਸ ਦੀ ਬੁਨਿਆਦ ਦੇ ਉੱਤੇ। ਦ ਮੋਮੈਂਟ ਯੂ ਓਪਨ ਦ ਡੋਰ ਐਂਡ ਇਨਵਾਈਟ ਦੈਮ ਇਨ, ਅਗਰ ਅੰਦਰ ਆ ਜਾਂਦੇ ਨੇ ਤੇ then they can look around, they can search thing। ਅਗਰ ਉਹਨਾਂ ਕੋਲ ਵਾਰੰਟ ਅਗਰ ਨਹੀਂ ਵੀ ਹਨ, ਬੇਸਿਕਲੀ ਜਿਹੜੀ ਹੈ ਉਸ ਵਕਤ ਤੱਕ ਉਹ ਤੁਹਾਡੇ ਅੰਦਰ ਘਰ ਦੇ ਅੰਦਰ ਨਹੀਂ ਆ ਸਕਦੇ ਜਦੋਂ ਉਹਨਾਂ ਕੋਲ ਵਾਰੰਟ ਨਾ ਹੋ। ਦਿਸ ਇਜ਼ ਵੈਰੀ ਇੰਪੋਰਟੈਂਟ। ਔਰ ਇਸ ਤੋਂ ਇਲਾਵਾ ਜਿਹੜੀ ਬੇਸਿਕ ਇਨਫੋਰਮੇਸ਼ਨ ਹੈ ਤੁਸੀਂ ਉਹਨਾਂ ਨੂੰ ਦੇ ਸਕਦੇ ਹੋ, ਕੋਈ ਉਸ ਵਿੱਚ ਹਰਜ ਨਹੀਂ ਹੈ। ਯੂ ਕੈਨ ਪ੍ਰੋਵਾਈਡ ਦੈਮ ਯੋਰ ਨੇਮ, ਤੁਸੀਂ ਐਡਰੈਸ ਵਗੈਰਾ ਦੇ ਸਕਦੇ ਹੋ, ਲੇਕਿਨ ਅਗਰ ਕਿਸੇ ਦਾ ਕੋਈ ਵੀ ਕਿਸੇ ਕਿਸਮ ਦਾ ਵੀ ਇਮੀਗ੍ਰੇਸ਼ਨ ਦਾ ਕੇਸ ਹੈ ਔਰ ਉਸ ਵਿੱਚ ਕੋਈ ਇਸ਼ੂਜ਼ ਹਨ, ਡੋਂਟ ਵੋਲੰਟੀਅਰ ਐਨੀ ਇਨਫੋਰਮੇਸ਼ਨ। ਕਈ ਦਫਾ ਪੁਲਿਸ ਜਿਹੜੀ ਹੈ ਨਾ ਲੋਕਾਂ ਨੂੰ ਇੰਟਾਈਸ ਕਰਨ ਦੀ ਕੋਸ਼ਿਸ਼ ਕਰਦੀ ਹੈ। ਉਹ ਕਹਿੰਦੇ ਅਗਰ ਤੁਸੀਂ ਕੋਈ ਗੁਨਾਹ ਨਹੀਂ ਕੀਤਾ, ਅਗਰ ਤੁਸੀਂ ਜੁਰਮ ਨਹੀਂ ਕੀਤਾ, ਕੋਈ ਕ੍ਰਾਈਮ ਨਹੀਂ ਕੀਤਾ, ਤਾਂ ਵਾਈ ਡੋਂਟ ਯੂ ਗਿਵ ਅਸ ਦਿਸ ਇਨਫੋਰਮੇਸ਼ਨ, ਰਾਈਟ। ਉਸ ਵਿੱਚ ਇਹ ਮਾਮਲਾ ਜਿਹੜਾ ਬੜਾ ਟ੍ਰਿਕੀ ਹੈ। ਉਸ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਲੁੱਕ ਆਈ ਵਾਂਟ ਟੂ ਕੰਸਲਟ ਵਿਦ ਮਾਈ ਲਾਇਰ। ਮੈਂ ਨਹੀਂ ਕਿ ਮੈਂ ਕੋਈ ਗਲਤ ਕੰਮ ਕੀਤਾ ਇਸ ਵਾਸਤੇ ਮੈਂ ਲਾਇਰ ਕੋਲ ਜਾਣਾ ਚਾਹੁੰਦਾ, ਆਈ ਜਸਟ ਵਾਂਟ ਟੂ ਨੋ ਮਾਈ ਰਾਈਟਸ। ਔਰ ਇੱਕ ਲਾਇਰ ਹੀ ਮੈਨੂੰ ਆਪਣੇ ਰਾਈਟਸ ਦੱਸ ਸਕਦਾ ਹੈ। ਤਾਂ ਦੈਟ ਇਜ਼ ਵੈਰੀ ਇੰਪੋਰਟੈਂਟ। ਦੈਟਸ ਵੈਰੀ ਰਾਈਟ। ਤੇ ਰੀਸੈਂਟਲੀ ਓਬਾਮਾ ਦਾ ਨਿਊ ਇਮੀਗ੍ਰੇਸ਼ਨ ਲਾਅ ਆਇਆ ਹੈ ਤੇ ਉਹਦੇ ਬਾਰੇ ਕਾਫੀ ਅੱਜ ਕੱਲ੍ਹ ਚਰਚਾ ਚੱਲਦੀ ਪਈ ਹੈ, ਬਟ I couldn't get any right type of information about this immigration law ਕਿਉਂਕਿ ਹਰ ਕਿਸੇ ਦੇ ਕੋਲੋਂ ਸਾਨੂੰ ਅਲੱਗ-ਅਲੱਗ ਤਰੀਕੇ ਦੀ ਗੱਲਾਂ ਮਿਲਦੀਆਂ ਤੇ ਨਾਲ ਦੇ ਨਾਲ ਇਸ ਲਾਅ ਦੇ ਨਾਲ ਕਾਫੀ ਸਾਰੇ ਰਿਊਮਰਸ ਵੀ ਉੱਡ ਰਹੇ ਨੇ ਕਿ ਕਿਸੇ ਨੂੰ ਵੀ ਕੁਝ ਮਤਲਬ ਇਮੀਗ੍ਰੇਸ਼ਨ ਸਟੇਟਸ ਉਹਦਾ ਸੈੱਟ ਹੋ ਸਕਦਾ ਹੈ, ਕਿ ਕੁਝ ਵੀ ਹੋ ਸਕਦਾ ਹੈ, ਕਿਸੇ ਵੀ ਛੋਟੇ ਬੱਚੇ ਦਾ ਸੈੱਟ ਹੋ ਸਕਦਾ ਹੈ, ਬਟ ਲਾਈਕ ਦਿਸ ਇਜ਼ ਨਾਟ ਟਰੂ, ਵੀ ਆਲ ਨੋ। ਸੋ ਵਾਟ ਇਜ਼ ਦ ਰਾਈਟ ਇਮੀਗ੍ਰੇਸ਼ਨ ਲਾਅ ਬਾਈ ਓਬਾਮਾ? ਮੈਨੂੰ ਲੱਗਦਾ ਹੈ ਕਿ ਤੁਸੀਂ ਇਮੀਗ੍ਰੇਸ਼ਨ ਦੇ ਉੱਤੇ ਨਜ਼ਰ ਰੱਖਦੇ ਹੋ। We are Punjabis basically। I think that is important। ਰੂਮਰਸ ਵਾਲੀ ਗੱਲ ਤੁਸੀਂ ਬਿਲਕੁਲ ਦਰੁਸਤ ਕਹੀ। ਹੁੰਦਾ ਹੈ ਕਿ ਛੋਟੀ ਵੀ ਜਿਸ ਵਕਤ ਕੋਈ ਨਿਊਜ਼ ਆਉਂਦੀ ਹੈ, ਅਨਫੋਰਚੂਨੇਟਲੀ ਦੇਰ ਆਰ ਆਲ ਕਾਈਂਡ ਆਫ ਪੀਪਲ ਹੂ ਆਰ ਨਾਟ ਲਾਇਸੈਂਸਡ ਟੂ ਪ੍ਰੈਕਟਿਸ ਲਾਅ, ਨੋਟਰੀ ਪਬਲਿਕ ਵਗੈਰਾ ਵਗੈਰਾ। ਉਹਨਾਂ ਦੀ ਖਾਹਿਸ਼ ਹੁੰਦੀ ਹੈ ਕਿ ਬੰਦਿਆਂ ਨੂੰ ਆਪਣੇ ਜਾਲ ਵਿੱਚ ਫਸਾਇਆ ਜਾਏ। ਯੂ ਆਰ ਐਬਸੋਲੂਟਲੀ ਰਾਈਟ। ਇੱਕ ਤਾਂ ਲੈਕ ਆਫ ਇਨਫੋਰਮੇਸ਼ਨ ਦੀ ਵਜ੍ਹਾ ਨਾਲ ਰੂਮਰਸ ਅਫਵਾਹਾਂ ਕਿਸ ਵਾਸਤੇ ਫੈਲਦੀਆਂ ਨੇ? ਜਿਸ ਵਕਤ ਲੈਕ ਆਫ ਇਨਫੋਰਮੇਸ਼ਨ ਹੋਏ ਜਾਂ ਫਿਰ ਜਿਸ ਵਕਤ ਕੁਛ ਲੋਕਾਂ ਦੇ ਆਪਣੇ ਵੈਸਟਡ ਇੰਟਰਸਟ ਹੁੰਦੇ ਨੇ ਆਪਣੀ ਦੁਕਾਨ ਚਲਾਉਣ ਵਾਸਤੇ, ਦੇ ਪ੍ਰੋਵਾਈਡ ਦੈਟ ਕਾਈਂਡ ਆਫ ਇਨਫੋਰਮੇਸ਼ਨ। ਲਾਅ ਨਹੀਂ ਆਇਆ, ਲੇਕਿਨ ਉਸ ਵਿੱਚ ਇਹ ਕਿ ਪ੍ਰੈਜ਼ੀਡੈਂਟ ਓਬਾਮਾ ਨੇ ਇੱਕ ਐਗਜ਼ੈਕਟਿਵ ਆਰਡਰ ਇਸ਼ੂ ਕੀਤਾ ਹੈ। ਤੁਹਾਨੂੰ ਯਾਦ ਹੈ ਕਿ ਇੱਕ ਡ੍ਰੀਮ ਐਕਟ ਦੇ ਬਾਰੇ ਬੜੇ ਅਰਸੇ ਤੋਂ ਮਾਮਲਾ ਚਲਾ ਆ ਰਿਹਾ, ਖਟਾਈ 'ਚ ਪਿਆ
और कोशिश ये सी कि ऐसे बच्चे कि जो छोटी जी उम्र इस उम्र इस कंट्री च आ गए ने उन्होंने कुछ ना कुछ होप दी जाए मतलब उन्होंने कि लेट्स से कि टू बी वेरी ऑनेस्ट आई मीन आई केम अक्रॉस अ केस विद a little child at the age of 1 year was brought into this country जी मतलब मैक्सिको तो बॉर्डर क्रॉस करके आ गया ਹੁਣ 1 ਸਾਲ ਦੇ ਬੱਚੇ ਨੂੰ ਕੀ ਪਤਾ ਹੈ ਹੀ ਡਿਡਨਟ ਮੇਕ ਦੈਟ ਡਿਸੀਜਨ ਐਗਜ਼ੈਕਟਲੀ ਅਨਫੋਰਚੂਨੇਟਲੀ ਉਸਦੇ ਪੇਰੈਂਟ ਜਿਹੜੇ ਸਨ ਦੇ ਕੁਡ ਨਾਟ ਸਟੇ ਇਨ ਦ ਕੰਟਰੀ ਜਿਹੜਾ ਵੀ ਨੇਟਿਵ ਕੰਟਰੀ ਹੈ ਸੀ ਉੱਥੋਂ ਉਹਨਾਂ ਨੂੰ ਨਿਕਲਣਾ ਪਿਆ ਕਿਸੇ ਤਰੀਕੇ ਨਾਲ ਮੈਕਸੀਕੋ ਦਾ ਬਾਰਡਰ ਕ੍ਰਾਸ ਕਰਕੇ ਇੱਥੇ ਆ ਗਏ ਜਿਸ ਵਕਤ ਇੱਥੇ ਆਏ ਨੇ ਤੇ ਯੂ نو ਦ ਚਾਈਲਡ ਵਾਸ ਇਨ ਸਕੂਲ ਵਿੱਚ ਤੇ ਬਗੈਰ ਕਿਸੇ ਇਮੀਗ੍ਰੇਸ਼ਨ ਸਟੇਟਸ ਦੇ ਵੀ ਤੁਸੀਂ ਜਾ ਸਕਦੇ ਹੋ ਲੇਕਿਨ ਜਿਸ ਵਕਤ ਕਾਲਜ ਦੀ ਸਟੇਜ ਹੋਣ ਆਈ ਹੈ ਤੇ ਦੈਨ ਹੀ ਇਜ਼ ਹੈਵਿੰਗ ਲਾਟਸ ਆਫ ਪ੍ਰੋਬਲਮ ਤੇ ਇਸ ਤਰ੍ਹਾਂ ਦੇ ਹਜ਼ਾਰਾਂ ਕੇਸਿਸ ਹੈ ਨੇ ਕਿ ਜਿਸ ਦੇ ਬਾਰੇ 'ਚ ਇੱਕ ਡ੍ਰੀਮ ਐਕਟ ਜਿਹੜਾ ਉਹ ਕਾਂਗਰਸ ਵਿੱਚ ਪੇਸ਼ ਕੀਤਾ ਗਿਆ ਸੀ ਔਰ ਮੈਂ ਉਸ ਦੇ ਬਾਰੇ 'ਚ ਕਹਿਣਾ ਚਾਹਾਂਗਾ ਕਿ ਸਾਡੀ ਕਾਂਗਰਸ ਜਿਹੜੀ ਸੀ it has been very ineffective and I hate to say that और मैं criticize करांगा US कांग्रेस ਨੂੰ कि जिसने उस बिल ਨੂੰ पास नहीं किया लेकिन I would at the same time I would like to give this credit to President Obama कि जिसने बिल तो पास नहीं होया लेकिन उसको ਜਿਹੜੀ पावर है सी एग्जीक्यूटिव ऑर्डर ਦੀ ਜਿਹੜੀ presidential power सी ਉਸ ਦੇ ਤਹਿਤ ਉਸ ਇੱਕ ਹੁਕਮ ਜਾਰੀ ਕਰਤਾ ਔਰ ਉਸ ਵਿੱਚ ਕਿਹਾ ਗਿਆ ਕਿ ਐਸੇ ਬੱਚੇ ਕਿ ਜਿਹੜੇ ਛੋਟੀ ਉਮਰ ਵਿੱਚ ਆਏ ਨੇ as long as they were under 16 ਇਹ ਗੱਲ ਜ਼ਹਿਨ ਵਿੱਚ ਰੱਖੋ ਕਿ ਏਜ ਜਿਹੜੀ ਹੈ 16 ਤੋਂ ਘੱਟ ਹੋਣੀ ਚਾਹੀਦੀ ਹੈ ਜਦੋਂ ਇਸ ਕੰਟਰੀ 'ਚ ਆਏ ਔਰ ਇਸ ਵਕਤ ਉਹਨਾਂ ਦੀ ਏਜ ਜਿਹੜੀ ਉਹ 30 ਤੋਂ ਘੱਟ ਹੈ ਇਸ ਦੌਰਾਨ ਵਿੱਚ ਅਗਰ ਉਹ ਸਕੂਲ ਜਾ ਰਹੇ ਨੇ ਵੈਲ ਐਂਡ ਗੁੱਡ ਅਗਰ ਸਕੂਲ ਹਾਈ ਸਕੂਲ ਡਿਪਲੋਮਾ ਹਾਸਲ ਕਰ ਚੁੱਕੇ ਨੇ ਜਾਂ ਜਨਰਲ ਐਜੂਕੇਸ਼ਨ ਡਿਪਲੋਮਾ ਉਹਨਾਂ ਨੇ ਹਾਸਲ ਕੀਤਾ ਹੈ ਜਾਂ ਕੋਸਟ ਗਾਰਡ ਵਿੱਚ ਸਰਵਿਸ ਆਰਮਡ ਸਰਵਿਸਿਜ਼ ਪ੍ਰੋਵਾਈਡ ਕਰ ਚੁੱਕੇ ਨੇ ਤੇ ਥੀਸ ਪੀਪਲ ਆਰ ਕੁਆਲੀਫਾਈਡ लेकिन एक जहन तुम गल रखा जे कि हाल ही देयर इज नो प्रोसीजर कि तुम एप्लीकेशन फिलअप करके जना फौरी तौर पर जमा करवा दो यू कांट डू इट एट दिस पॉइंट ऑफ टाइम about to ask about it कि ਇਹਦੇ ਲਈ ਕੋਈ application ਹੈ ਜਿਹੜੀ ਫਾਈਲ ਕਰਨੀ ਪਏਗੀ yeah there is going to be an application I don't think there is going to be the procedure is very simple but it's going to take another 30 days because the immigration services are working on this in this project so they are going to come up with some immigration forms people have to fill that up ਇਸ ਤੋਂ ਇਲਾਵਾ ਇੰਪਲੋਇਮੈਂਟ ਆਥੋਰਾਈਜੇਸ਼ਨ ਕਾਰਡ ਵਗੈਰਾ ਹੈ ਨੇ ਜਿਸ ਵਾਸਤੇ ਉਹ ਅਪਲਾਈ ਕਰਨਗੇ ਤੇ ਜਿਹੜੇ ਵੀ ਬੰਦੇ ਇਸ ਦੇ ਵਾਸਤੇ ਅਪਲਾਈ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਕਹਾਂਗੇ ਕਿ ਹੋਲਡ ਯੂਰ ਹਾਰਸਿਸ ਐਟ ਦਿਸ ਪੁਆਇੰਟ ਆਫ ਟਾਈਮ ਸੋ ਇਨ ਦ ਨੈਕਸਟ 30 ਡੇਜ਼ ਅਸੀਂ ਇਸੇ ਸ਼ੋਅ ਵਿੱਚ ਬਾਕਾਇਦਾ ਉਸ ਨੂੰ ਡਿਸਕ੍ਰਾਈਬ ਕਰਾਂਗੇ ਕੁਝ ਕੇਸਿਸ ਐਸੇ ਹੋਣਗੇ ਕਿ ਜਿੱਥੇ ਉਹਨਾਂ ਨੂੰ ਲਾਇਰਸ ਦੀ ਜ਼ਰੂਰਤ ਹੋਏਗੀ ਮੈਜੋਰਿਟੀ ਆਫ ਦ ਕੇਸਿਸ ਵਿੱਚ ਆਈ ਡੋਂਟ ਥਿੰਕ ਦੇ ਵਿਲ ਬੀ ਨੀਡਿੰਗ ਲਾਇਰਸ क्योंकि सिंपल जी एप्लीकेशन होएगी लेकिन ऐसे लोग जिन्होंने के खिलाफ डिपोर्टेशन ऑर्डर हो चुके हैं या ऐसे बच्चे कि जोड़े इस वक्त डिपोर्टेशन हैं इन ऑर्डर टू स्टॉप दैट डिपोर्टेशन दे विल बी लुकिंग फॉर एक्सपीरियंस अटर्नीज और वो भी ऐसे प्रोसीजर है इस शो के अंदर ਅਸੀਂ ਡਿਸਕ੍ਰਾਈਬ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਦੈਟ ਵਿਲ ਬੀ ਐਕਚੁਅਲੀ ਗੁੱਡ ਫॉर ਦੋਸ ਕਿਡਸ ਜਿਨ੍ਹਾਂ ਦੇ ਉੱਤੇ ਡਿਪੋਰਟੇਸ਼ਨ ਲੱਗੀ ਹੈ ਤੇ ਉਹ ਕਹਿ ਸਕਦੇ ਨੇ ਕਿ ਮਤਲਬ ਹੁਣ ਉਹਨਾਂ ਦੇ ਲਈ ਵੀ ਇੱਕ ਹੋਪ ਦੀ ਇੱਕ ਰੋਸ਼ਨੀ ਹੈ ਜੀ ਲੇਕਿਨ ਵੀ ਕਿ ਮੇਰੀ ਜਿਹੜੀ ਹੋਪ ਹੈ ਨਾ ਉਹ ਦੱਸਾਂ ਕੀ ਹੈ ਉਹ ਹੋਪ ਇਹ ਹੈ ਕਿ ਜਿਹੜਾ ਵੀ ਕਾਂਗਰਸ ਵਿੱਚ ਇੱਕ ਕੰਪਰੀਹੈਂਸਿਵ ਇਮੀਗ੍ਰੇਸ਼ਨ ਲਾਅ ਅਸੀਂ ਪੇਸ਼ ਕੀਤਾ ਸੀ ਦੇਖੋ ਨਾ ਦੇਰ ਆਰ ਮਿਲੀਅਨਸ ਆਫ ਪੀਪਲ ਕੋਈ 12 ਮਿਲੀਅਨ ਦੇ ਕਰੀਬ ਲੋਕ ਅਨਡਾਕੂਮੈਂਟਡ ਇੱਥੇ ਰਹਿ ਰਹੇ ਨੇ ਵੇਅਰ ਵੁੱਡ ਦੇ ਗੋ ਸਮਝੇ ਨਾ ਅਗਰ ਤੁਸੀਂ ਬੱਚੇ ਨੂੰ ਇਮੀਗ੍ਰੇਸ਼ਨ ਸਟੇਟਸ ਦੇ ਰਹੇ ਹੋ ਉਸਦੇ ਪੇਰੈਂਟਸ ਦਾ ਕੀ ਹੋਏਗਾ ਸਹੀ ਗੱਲ ਹੈ ਤੇ ਕਈ ਵਾਰੀ ਅਸੀਂ ਵੇਖਦੇ ਹਾਂ ਕਿ ਮਤਲਬ ਜਦ ਡਿਪੋਰਟੇਸ਼ਨ ਦੇ ਕੇਸਿਸ ਲੱਗਦੇ ਨੇ ਤੇ ਪੇਰੈਂਟਸ ਨੂੰ ਡਿਪੋਰਟ ਕਰ ਦਿੱਤਾ ਜਾਂਦਾ ਹੈ ਤੇ ਬੱਚੇ ਇੱਥੇ ਰਹਿ ਜਾਂਦੇ ਨੇ ਬਟ ਦ ਥਿੰਗ ਇਜ਼ ਕਿ ਉਸ ਚੀਜ਼ ਦਾ ਬੱਚਿਆਂ ਦੀ ਸਾਈਕੀ ਤੇ ਉਹਨਾਂ ਦੇ ਅੱਗੇ ਕਿਉਂਕਿ ਸਾਰਾ ਦੀ ਸਾਰੀ ਰਿਸਪੌਂਸਿਬਿਲਿਟੀ ਹੁਣ ਬੱਚਿਆਂ ਤੇ ਆ ਜਾਂਦੀ ਹੈ ਕਾਫੀ ਫਰਕ ਪੈਂਦਾ ਹੈ ਐਬਸੋਲੂਟਲੀ ਉਸ ਦੇ ਮੈਂ ਤੁਹਾਨੂੰ ਦੱਸਾਂ ਕਿ ਉਸ ਦੇ ਸਾਈਕੋਲੋਜੀਕਲ ਇਫੈਕਟਸ ਹਨ ਕਿ ਪੇਰੈਂਟਸ ਅਗਰ ਹਮੇਸ਼ਾ ਫੀਅਰਫੁਲ ਹੈ ਨੇ ਅੰਡਰ ਇਕਨੋਮੀ ਕੰਮ ਕਰ ਰਹੇ ਨੇ ਬੁੱਕਸ ਉੱਤੇ ਕੰਮ ਨਹੀਂ ਕਰ ਰਹੇ ਬੱਚਿਆਂ ਨੂੰ ਪ੍ਰੋਟੈਕਟ ਨਹੀਂ ਕਰ ਸਕੇ ਬੱਚਿਆਂ 'ਚ ਇੱਕ ਤੁਸੀਂ ਦੇਖੋ ਕਿ ਇਨਫੀਰੀਓਰਿਟੀ ਕੰਪਲੈਕਸ ਆ ਜਾਂਦਾ ਹੈ ਹਮੇਸ਼ਾ ਇਨਸਿਕਿਉਰਿਟੀ ਰਹਿੰਦੀ ਹੈ ਇਨਸਿਕਿਉਰਿਟੀ ਬੱਚਿਆਂ ਦੀ ਰਹਿੰਦੀ ਹੈ ਐਬਸੋਲੂਟਲੀ ਰਾਈਟ ਔਰ ਉਸ ਦੀ ਵਜ੍ਹਾ ਨਾਲ ਇਸ ਸੋਸਾਇਟੀ ਜਿਹੜਾ ਨਾ ਉਹ ਆਪਣਾ ਪੋਜ਼ਿਟਿਵ ਰੋਲ अदा नहीं कर सकते I think this is very important to solve this problem there are many issues which has to be resolved and hopefully after the election US Congress will be in a position to take up these issues and come up with permanent solutions ਬਿਲਕੁਲ ਤੇ ਰਿਜ਼ਵੀ ਸਾਹਿਬ ਜਦ ਅਸੀਂ ਗੱਲ ਕਰਦੇ ਪਏ ਸੀ ਤੇ ਮੈਂ ਇੰਟਰਨੈਟ ਤੇ ਵੀ ਪੜ੍ਹਦੀ ਪਈ ਸੀ ਤੇ ਤੁਸੀਂ BBC ਤੇ CNN ਦੇ ਨਾਲ ਵੀ ਕਾਫੀ ਇੰਟਰਵਿਊਜ਼ ਕੀਤੀਆਂ ਨੇ ਤੁਸੀਂ ਨਾਲ ਦੇ ਨਾਲ ਨਿਊਜ਼ਪੇਪਰਸ ਵਿੱਚ ਆਰਟੀਕਲ ਲਿਖਦੇ ਹੋ ਅਬਾਊਟ all these legal practices and our legal rights ਸਾਨੂੰ ਉਹਦੇ ਬਾਰੇ ਕੁਝ ਦੱਸੋ ਦੇਖੋ ਸਪੈਸ਼ਲੀ I think we faced a lot of challenges after 9/11 ਜੀ ਵੈਰੀ ਮੇਰਾ ਆਫਿਸ ਜਿਹੜਾ ਹੈ ਉਹ ਡਾਊਨਟਾਊਨ ਵਿੱਚ ਹੈ ਬਿਲਕੁਲ ਔਰ ਮੇਰਾ ਆਫਿਸ ਜਿਹੜਾ ਸੀ ਇੱਕ ਬਲਾਕ ਦੇ ਫਾਸਲੇ ਦੇ ਉੱਤੇ ਹੈ ਸੀ ਵਰਲਡ ਟ੍ਰੇਡ ਸੈਂਟਰ ਤੋਂ
और जिस वक्त ये वाक़या होया, fortunately I was not in the office. I was about to leave my home because my morning court appearance was cancelled. Otherwise मैं World Trade Center तकरीबन 8-8:30 बजे पहुंच जाना. I think You know, I so I should was- thank God for that. So right after that, I was interviewed by a number of TV channels because we wanted to discuss these issues. ਖਾਸ ਤੌਰ ਤੇ ਜਿਹੜੇ ਸਿਵਲ ਲਿਬਰਟੀਜ਼ ਦੇ ਇਸ਼ੂ ਸਨ. ਇਸ ਕੰਟਰੀ ਦੇ ਅੰਦਰ ਇੱਕ ਡਿਬੇਟ ਜਿਹੜੀ ਸ਼ੁਰੂ ਹੋਈ ਸਿਕਿਉਰਿਟੀ ਵਰਸਸ ਸਿਵਲ ਲਿਬਰਟੀਜ਼ ਕਿ ਅਗਰ ਤੁਸੀਂ ਵਾਕਈ ਇਸ ਮੁਲਕ ਨੂੰ ਸਿਕਿਉਰ ਕਰਨਾ ਚਾਹੁੰਦੇ ਹੋ, ਇਸ ਮੁਲਕ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹੋ, ਤਾਂ ਦੈਨ ਯੂ ਗੈਟ ਟੂ compromise your civil liberties. ਕੁਝ ਲੋਕਾਂ ਦਾ ਖਿਆਲ ਸੀ. My view is this is not true. ਮਤਲਬ ਅਸੀਂ ਆਪਣੀ ਸਿਕਿਉਰਿਟੀ ਨੂੰ ਵੀ ਮਜ਼ਬੂਤ ਕਰ ਸਕਦੇ ਹਾਂ, ਅਸੀਂ ਆਪਣੀ ਸਿਵਲ ਲਿਬਰਟੀਜ਼ ਨੂੰ ਵੀ ਮਜ਼ਬੂਤ ਕਰ ਸਕਦੇ ਹਾਂ. We can take both things together. ਇਸੀ ਮੁਲਕ ਦੀ ਇਹ ਖੂਬਸੂਰਤੀ ਹੈ. ਅਦਰਵਾਈਜ਼ ਬੰਦੇ ਜਾ ਕੇ ਰਸ਼ੀਆ 'ਚ ਰਹਿ ਲੈਣ ਜਾਂ ਡਿਕਟੇਟਰਸ਼ਿਪ 'ਚ ਰਹਿ ਲੈਣ ਕਿ ਜਿੱਥੇ ਸਿਕਿਉਰਿਟੀ ਚਾਈਨਾ ਚਲੇ ਜਾਣ. ਸੋ ਇਹ ਕਿ you have to make those compromises. ਸਹੀ ਗੱਲ ਹੈ ਜੀ. So I was interviewed by a number of TV channels, and that was the position I have taken, and I'm not the only one. और देखो इस country की खूबसूरती ये है कि इस country हर चीज़ ਤੁਹਾਡੇ ਕੋਲ ਮੌਜੂਦ ਹੈ. और मैं ਤੁਹਾਨੂੰ ਦੱਸਾਂ ਕਿ ਜਿਸ ਵਕਤ ਸਿਵਲ ਲਿਬਰਟੀਜ਼ ਦੀ ਗੱਲ ਆਉਂਦੀ ਹੈ ਸਾਡੇ ਕੋਲ there are so many non-for-profit organization. ਮੈਂ organization ਦੇ ਨਾਂ ਨਹੀਂ ਲੈਣਾ ਚਾਹੁੰਦਾ, ਲੇਕਿਨ there are thousands of organizations which are working day and night. So this is such a complicated, yes, it's a complicated system. At the same time, I think this is a magnificent system ਕਿ ਜਿੱਥੇ ਤੁਸੀਂ ਅਗਰ ਵਾਕਈ ਆਪਣੇ ਰਾਈਟਸ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਉਹ ਟੂਲਸ ਮੌਜੂਦ ਨੇ, ਤੁਹਾਡੇ ਕੋਲ ਉਹ ਹਥਿਆਰ ਮੌਜੂਦ ਨੇ. ਐਜ਼ ਯੂ ਸੈਡ ਇਨ ਦ ਬਿਗਿਨਿੰਗ ਕਿ ਅਗਰ ਤੁਸੀਂ ਆਪਣੀ ਕਮਿਊਨਿਟੀ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ ਕਲੈਕਟਿਵਲੀ, ਇਜਤਮਾਈ ਤੌਰ ਤੇ, ਜਾਂ ਤੁਸੀਂ ਇੰਡੀਵਿਜੂਅਲੀ ਆਪਣੇ ਆਪ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ, ਦਿਸ ਕੰਟਰੀ ਵਿਲ ਪ੍ਰੋਵਾਈਡ ਯੂ ਦੈਟ ਆਪਰਚੁਨਿਟੀ. ਮਤਲਬ ਮੈਂ ਨਹੀਂ ਕਹਿ ਰਿਹਾ ਕਿ ਦਿਸ ਇਜ਼ ਅ ਪਰਫੈਕਟ ਕੰਟਰੀ ਇਨ ਦ ਵਰਲਡ, ਲੇਕਿਨ ਅਗਰ ਨਾਲ ਇਸ ਕੰਟਰੀ ਦੇ ਜਿਹੜੇ ਮਾਮਲਾਤ ਹੈ ਨੇ ਉਸ ਵਿੱਚ ਅਗਰ ਅਸੀਂ ਪਾਰਟਿਸਿਪੇਟ ਕਰਾਂਗੇ, ਨਾਟ ਐਜ਼ ਐਨ ਆਊਟਸਾਈਡਰ. ਦੇਖੋ ਦੋ ਤਰੀਕੇ ਹਨ. ਅਗਰ ਆਊਟਸਾਈਡਰ ਬਣ ਕੇ ਅਸੀਂ ਚੀਖਦੇ ਰਹਾਂਗੇ, ਚਲਾਉਂਦੇ ਰਹਾਂਗੇ, nobody would pay any attention to that. We have to be part of the system. ਫਿਰ people ਜਿਹੜੇ ਨੇ they will take us seriously. So I have written ਤੁਹਾਡੇ question ਦੀ ਤਰਫ ਆਉਂਦੇ ਹਾਂ. ਹਾਂਜੀ, I have written a lot on these issues which were published in this country and also overseas. And I think, I feel that this is my responsibility to do whatever little I can do, to play my part. And there was one more thing that I felt really disturbing. ਕੁਝ ਟਾਈਮ ਪਹਿਲਾਂ ਦੀ ਗੱਲ ਹੈ, ਮੈਂ ਪੜ੍ਹਦੀ ਪਈ ਸੀ ਇੱਕ ਆਰਟੀਕਲ, ਇਟ ਵਾਜ਼ ਇਨ ਨਿਊਜ਼ਪੇਪਰ. ਸਬਵੇ ਤੋਂ ਚਲਦੇ ਅਸੀਂ ਨਿਊਜ਼ਪੇਪਰ ਫੜ ਲੈਂਦੇ ਹਾਂ ਤੇ ਉੱਤੇ ਪੜ੍ਹਦੇ ਰਹਿੰਦੇ ਹਾਂ. So there was this article about undercover agents inspecting all the religious Muslim places. Yes. ਤੇ ਮਸਜਿਦਾਂ ਦੇ ਅੱਗੇ ਪਿੱਛੇ ਉਹਨਾਂ ਨੇ ਅੰਡਰਕਵਰ ਏਜੰਟਸ ਰੱਖੇ ਹੋਏ ਨੇ. ਐਂਡ ਆਈ ਫੈਲਟ ਰੀਅਲੀ ਬੈਡ ਅਬਾਊਟ ਇਟ ਕਿਉਂਕਿ ਅਸੀਂ ਜਦ ਇੱਕ ਰਿਲੀਜੀਅਸ ਪਲੇਸ ਦੀ ਗੱਲ ਕਰਦੇ ਹਾਂ, ਸੋ ਵੀ ਕੈਨੋਟ like connect it with anything that's related to crime or anything. और बड़ी खूबसूरत उस मैं ਤੁਹਾਨੂੰ ਗੱਲ ਦੱਸਾਂ ਕਿ ਮੁxtਲਿਫ ਕਮਿਊਨਿਟੀਜ਼ ਜਿਹੜੀਆਂ ਹਨ ਇਸ ਵਕਤ ਜਿਹੜੇ ਕੇਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਨਿਊ ਜਰਸੀ ਤੋਂ ਸਾਡੇ ਇੱਕ ਲਾਇਰ ਨੇ ਔਰ ਸਿੱਖ ਕਮਿਊਨਿਟੀ ਤੋਂ ਤਲਕ ਰੱਖਦੇ ਨੇ. ਹੀ ਇਜ਼ ਪਾਰਟ ਆਫ ਇਟ. ਗੋ ਕਿ ਮੁਸਲਿਮਸ ਦਾ ਇਸ਼ੂ ਹੈ ਸਨ, ਲੇਕਿਨ ਇੱਕ ਅਟਰਨੀ ਜਿਨ੍ਹਾਂ ਦਾ ਰਿਲੀਜਨ ਜਿਹੜਾ ਸਿੱਖ ਰਿਲੀਜਨ ਹੈ, ਹੀ ਕੇਮ ਫਾਰਵਰਡ. ਸਾਰੇ ਇੱਕ ਦੂਜੇ ਦੇ ਨਾਲ ਜੁੜੇ ਹੀ ਹੋਏ ਆ. ਜੂਇਸ਼ ਜਿਹੜੇ ਸਿਵਲ ਲਿਬਰਟੀਜ਼ ਦੇ ਲੋਕ ਸਨ ਉਹ ਸਾਹਮਣੇ ਆਏ, ਹਿੰਦੂ ਰਿਲੀਜਨ ਤੋਂ ਤਲਕ ਰੱਖਣੇ ਵਾਲੇ ਲੋਕ ਸਾਹਮਣੇ ਆਏ, ਕਿਉਂਕਿ ਬਿਕਾਜ਼ ਕਿਸੇ ਵੀ ਅਗਰ ਇੱਕ ਰਿਲੀਜੀਅਸ ਕਮਿਊਨਿਟੀ ਦੇ ਉੱਤੇ ਅਤਾਬ ਆਉਂਦਾ ਹੈ, ਕੋਈ ਗ੍ਰਿਫਤ ਆਉਂਦੀ ਹੈ, ਤੇ ਬਾਕੀ ਅਗਰ ਰਿਲੀਜੀਅਸ ਗਰੁੱਪ ਸਾਹਮਣੇ ਆ ਕੇ ਉਹਨਾਂ ਨੂੰ ਪ੍ਰੋਟੈਕਟ ਕਰਦੇ ਨੇ, ਇਟ ਸ਼ੋਜ਼ ਦੇਅਰ ਸਟਰੈਂਥ. ਨਿਊਯਾਰਕ ਪੁਲਿਸ ਡਿਪਾਰਟਮੈਂਟ, ਯੈਸ, ਉਹਨਾਂ ਦੀ ਤਰਫੋਂ ਜਿਹੜੀ ਸੀ ਕੁਝ ਸਰਵੇਲੈਂਸ ਵਗੈਰਾ ਹੋਈਆਂ. ਔਰ ਜਿਸ ਤਰ੍ਹਾਂ ਮੈਂ ਸ਼ੁਰੂ ਤੁਹਾਨੂੰ ਦੱਸ ਰਿਹਾ ਸਾਂ ਕਿ ਇਸ ਕੰਟਰੀ ਦੇ ਅੰਦਰ ਐਵਨਿਊਜ਼ ਅਵੇਲੇਬਲ ਹਨ. ਇਸ ਵਾਸਤੇ ਜਿਹੜੀ ਲੀਗਲ ਇੰਪਾਵਰਮੈਂਟ ਬੜੀ ਜ਼ਰੂਰੀ ਹੈ. ਜਿਨ ਲੋਗੋਂ ਨੇ ਉਹਨਾਂ ਦੇ ਖਿਲਾਫ ਲਾਅ ਸੂਟ ਵਗੈਰਾ ਲੈ ਕੇ ਆਏ, ਉਹਨਾਂ ਨੂੰ ਅਰੈਸਟ ਨਹੀਂ ਕਰ ਲਿਆ ਪੁਲਿਸ ਨੇ. ਬਿਕਾਜ਼ ਦ ਪੁਲਿਸ ਅੰਡਰਸਟੈਂਡ ਕਿ ਅਗਰ ਉਹਨਾਂ ਦਾ ਕਨਸਟੀਟਿਊਸ਼ਨਲ ਰਾਈਟ ਹੈ ਕਿ ਅਗਰ ਉਹ ਸਮਝਦੇ ਨੇ ਕਿ ਉਹਨਾਂ ਦੇ ਰਾਈਟਸ ਦੇ ਉੱਤੇ ਕੋਈ ਹਰਫ ਆਇਆ ਹੈ, ਤੇ ਦੇ ਕੈਨ ਕਮ ਆਊਟ ਐਂਡ ਦੇ ਕੈਨ ਪ੍ਰੋਟੈਕਟ ਦੈਮਸੈਲਫ. So that was a wonderful thing that lots of people are doing it, and I'm so glad, I'm so happy कि मुख्तलिफ रिलीजियस साउथ एशियन जो रिलीजियस ग्रुप्स हैं वो सारे उन्होंने एक उर्दू च कहते हैं कि सीसा पिलाई हुई दीवार कि it was a ironclad defense which was created by different organization, and people come forward and they are fighting for this. ਤੇ ਸਲੀਮ ਸਾਹਿਬ ਚਲਦੇ ਅਸੀਂ ਇੱਕ ਕਾਲ ਲੈ ਲੈਂਦੇ ਹਾਂ. Absolutely, ਜੀ ਹਾਂ. ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ?
ਅਵਤਾਰ ਸਿੰਘ ਬੋਲ ਰਿਹਾ ਪਾਲਾ ਸਨੋਰੀਆਂ ਤੋਂ। ਅਵਤਾਰ ਸਿੰਘ ਜੀ ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ ਜੀ। ਹਾਂਜੀ, ਆਪਣਾ ਸਵਾਲ ਪੁੱਛ ਸਕਦੇ ਹੋ ਜੀ। ਸਵਾਲ ਮੇਰਾ ਇਹ ਹੈ ਜੀ, ਮੈਂ ਇੱਥੋਂ ਗ੍ਰੀਨ ਕਾਰਡ ਹੋਲਡਰ ਹਾਂ ਜੀ ਜੀ। ਤੇ ਉਸ ਤੋਂ ਬਾਅਦ ਮੈਂ ਆਪਣੇ ਬੱਚੇ ਵਾਸਤੇ ਅਪਲਾਈ ਕੀਤਾ ਆਪਣਾ ਇਮੀਗ੍ਰੇਸ਼ਨ ਵਾਸਤੇ। ਅੱਛਾ, ਤੁਹਾਡਾ ਬੱਚਾ ਕਿੱਥੇ ਹੈ, ਇੱਥੇ ਜਾਂ ਇੰਡੀਆ ਇੰਡੀਆ 'ਚ? ਅੱਛਾ, ਓਕੇ। ਤੇ ਉਹ ਮਤਲਬ ਅਪਲਾਈ ਕੀਤਾ ਸਾਲ ਡੇਢ ਸਾਲ ਹੋ ਗਿਆ, ਤੇ ਉਹ ਕਿੰਨਾ ਕੁ ਟਾਈਮ ਜਿਹੜੀ ਇਮੀਗ੍ਰੇਸ਼ਨ ਵਾਸਤੇ ਕਿੰਨਾ ਕੁ ਟਾਈਮ ਲੱਗ ਜਾਂਦਾ, ਮੈਂ ਇਹ ਜਾਣਨਾ ਚਾਹੁੰਦਾ। ਬੱਚੇ ਦੀ ਏਜ ਕਿੰਨੀ ਹੈ? ਹਾਂਜੀ, ਬੱਚੇ ਦੀ ਏਜ ਕਿੰਨੀ ਹੈ, ਕਿੰਨੀ ਉਮਰ ਹੈ ਉਹਨਾਂ ਦੀ? ਇਹ ਰਨਿੰਗ 33 ਜੀ? ਅਨਮੈਰਿਡ ਹੈ। अनमैरिड, लेकिन बच्चे की एज कितनी दस दीजिए? रनिंग 33। 33 अनमैरिड, ओके। वेल यू नो अनफॉर्चुनेटली उस वास्ते काफ़ी लंबा पीरियड है, बल्कि मेरे को तो प्रायोरिटी डेट्स वगैरह भी हैं। अगर तो वो अंडर 21 होंदा है जी, फिर तो अजकल बड़े केसेस बड़ी जल्दी आ रहे हैं, तकरीबन 18 मंथ्स केसेस कंप्लीट हो जाते हैं। लेकिन जोड़े बच्चे 21 तो उत्ते चले गए हैं, एज लॉन्ग एज ही इज़ अनमैरिड, I mean he would definitely be processed, लेकिन जो वेटिंग पीरियड अप्रॉक्सीमेटली 8 ईयर्स है। कुछ अर्सा पहले बड़ी जल्दी केसेस हो रहे हैं, लेकिन अनफॉर्चुनेटली इस स्टेज के उत्ते तकरीबन 8 साल लग रहे हैं इस किस्म के केसेस। अच्छा, ओके, ਥੈਂਕ ਯੂ ਸੋ ਮਚ ਅਵਤਾਰ ਸਿੰਘ ਜੀ। ਤੇ ਤੁਹਾਡੇ ਤੋਂ ਸਵਾਲ ਹੋਰ ਵੀ ਪੁੱਛਣੇ ਨੇ ਤੇ ਪੁੱਛਦੇ ਰਵਾਂਗੇ, ਕਿਉਂਕਿ ਇਹ ਜਿਹੜਾ ਪ੍ਰੋਗਰਾਮ ਹੈ ਲੀਗਲ ਅਫੇਅਰਸ ਵਿਦ ਅਟਾਰਨੀ ਐਟ ਲਾਅ ਸਲੀਮ ਰਿਜ਼ਵੀ, ਇਹ ਹਰ ਵੈਨਸਡੇ 7:30 ਵਜੇ ਈਸਟਰਨ ਟਾਈਮ ਅਸੀਂ ਤੁਹਾਡੇ ਲਈ ਜ਼ਰੂਰ ਲੈ ਕੇ ਆਵਾਂਗੇ। ਹਰ ਵੈਨਸਡੇ ਤੇ ਯਾਦ ਜ਼ਰੂਰ ਰੱਖਿਓ। चलना पैना है सलीम साहब, समय इजाजत नहीं देता। ते इतनी जल्दी खत्म कर रहे हो तुसी प्रोग्राम? हाली तो शुरू किया गल्लां करते पता नहीं लगता टाइम किथे जाता है। बट थैंक यू सो मच तुसी आए, एंड आई एम रियली ग्लैड कि तुसी इसे तरीके हर हफ्ते ना साडे नाल जुड़ोगे एंड होर चीज़ां दे चानना पाओगे। थैंक यू सो मच फॉर कमिंग। थैंक यू। And with that I would like to thank everybody who's been watching. Thank you so much। जस पंजाबी नाल जुड़े रहो। मैनू दो इजाजत, तद तक ਲਈ सत श्री अकाल।